ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਆ ਜੁੜ ਚੁੱਕੇ ਨੇ। ਵਲਟੋਆ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਵਲਟੋਆ ਸਾਹਿਬ ਤੁਸੀਂ ਵੀ ਤਸਵੀਰਾਂ ਜ਼ਰੂਰ ਵੇਖੀਆਂ ਹੋਣਗੀਆਂ ਜੋ ਮੁਲਾਕਾਤ ਕੀਤੀ ਗਈ ਗਜਿੰਦਰ ਸ਼ੇਖਾਵਤ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ। ਮੁਲਾਕਾਤ ਤਾਂ ਹੋਈ ਹੈ ਪਰ ਜੋ ਸ਼੍ਰੋਮਣੀ ਕਮੇਟੀ ਦੇ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਵਾਲੇ ਫਾਰਮ ਭਰਵਾਏ ਜਾ ਰਹੇ ਨੇ, ਦਸਤਖਤ ਮੁਹਿੰਮ ਚਲਾਈ ਜਾ ਰਹੀ ਹੈ, ਉਸ ਮੁਹਿੰਮ ਦਾ ਵੀ ਗਜਿੰਦਰ ਸ਼ੇਖਾਵਤ ਹਿੱਸਾ ਬਣੇ ਨੇ। ਤੁਹਾਡਾ ਕੀ ਕਹਿਣਾ ਇਸ ਬਾਰੇ? ਤੇਜਾ ਜੀ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਅਸੀਂ ਸ਼ੇਖਾਵਤ ਜੀ ਦਾ ਇਸ ਕਦਮ ਵਾਸਤੇ ਧੰਨਵਾਦ ਕਰਦੇ ਹਾਂ, ਕਿਉਂਕਿ ਬਹੁਤ ਵੱਡਾ ਕਦਮ ਹੈ ਜਿਹੜੇ ਉਹਨਾਂ ਨੇ ਉਸ ਪ੍ਰੋਫਾਰਮੇ ਦੇ ਉੱਤੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੈ ਉਹਦੇ ਉੱਤੇ ਦਸਤਖਤ ਕੀਤੇ ਨੇ। ਤੇ ਸਾਡੀ ਹੁਣ ਇੰਨੀ ਕੁ ਬੇਨਤੀ ਹੈ ਕਿ ਉਹ ਯੂਨੀਅਨ ਕੈਬਨਿਟ ਮਿਨਿਸਟਰ ਦੇ ਬਹੁਤ ਵੱਡੇ ਵਜ਼ੀਰ ਨੇ, ਬੜੇ ਵੱਡੇ ਪ੍ਰਭਾਵੀ ਨੇ ਤੇ ਬਹੁਤ ਵੱਡੀ ਸ਼ਖਸੀਅਤ ਹੈ, ਤੇ ਉਹਨਾਂ ਵੱਲੋਂ ਇਹ ਕਦਮ ਚੁੱਕਣ ਤੇ ਉਹਨਾਂ ਵੱਲੋਂ ਇਹ ਸਵੀਕਾਰਨ ਤੇ, ਕਿਉਂਕਿ ਜਿਹੜਾ ਉਹ ਪ੍ਰੋਫਾਰਮਾ ਹੈ ਨਾ, ਸਿਰਫ ਦਸਤਖਤ ਨਹੀਂ ਗੇ ਉਹਦੇ ਉੱਤੇ ਜੀ, ਉਸ ਪ੍ਰੋਫਾਰਮੇ ਦੇ ਵਿੱਚ ਜਿਹੜਾ ਮੈਂਸ਼ਨ ਕੀਤਾ ਹੋਇਆ ਜਿਹੜੀ ਸ਼ਬਦਾਵਲੀ ਹੈ, ਉਸ ਸ਼ਬਦਾਵਲੀ ਦੇ ਨਾਲ ਸਹਿਮਤ ਹੁੰਦਿਆਂ ਹੋਇਆਂ ਜਿਹੜਾ ਵੀ ਕੋਈ ਹੈ ਦਸਤਖਤ ਕਰਦਾ ਹੈ ਤੇ ਉਹਦੀ ਸ਼ਬਦਾਵਲੀ ਉਹਦਾ ਮਤਲਬ ਇਹੀ ਹੈ ਕਿ ਉਹ ਵੀ ਇਸ ਰਿਹਾਈ ਵਾਲੀ ਮੰਗ ਦਾ ਸਮਰਥਨ ਕਰਦੇ ਨੇ। ਨਹੀਂ ਇਕੱਲਾ ਇਹੀ ਨਹੀਂਗਾ, ਰਿਹਾਈ ਵਾਸਤੇ ਤੇ ਹੈਗਾ ਹੀ ਹੈਗਾ। ਉਹਦੇ ਵਿੱਚ ਦੇਖੋ, ਤੁਹਾਡਾ ਮੈਂ 1 ਮਿੰਟ ਲਊਂਗਾ ਤੇ ਉਹਦੇ ਵਿੱਚ ਕੀ ਹੈ ਕਿ ਰਾਜਪਾਲ ਸਾਹਿਬ ਨੂੰ ਇਹ ਜਾਣਾ ਆ ਤੇ ਲਿਖਿਆ, ਸਤਿਕਾਰਯੋਗ ਜੀ, ਮੈਂ ਉਕਤ ਦਿੱਤੇ ਵੇਰਵੇ ਅਨੁਸਾਰ ਭਾਰਤ ਦਾ ਵਸਨੀਕ ਹਾਂ ਅਤੇ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹੈ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਅਨੇਕ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾ ਨਾ ਕਰਕੇ ਉਹਨਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਦੇਸ਼ ਦੇ ਕਾਨੂੰਨ ਅਨੁਸਾਰ ਹੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸੀ, ਪਰ ਉਹ ਰਿਹਾ ਕਰ ਦਿੱਤੇ ਗਏ। ਬਿਲਕਿਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਰਿਹਾ ਕਰ ਦਿੱਤਾ ਗਿਆ ਹੈ। ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ CBI ਅਦਾਲਤਾਂ ਵੱਲੋਂ ਉਮਰ ਕੈਦ ਦੀਆਂ ਸਜ਼ਾਵਾਂ ਹੋਣ ਤੋਂ ਥੋੜੇ ਸਮੇਂ ਬਾਅਦ ਹੀ ਰਿਹਾ ਕਰ ਦਿੱਤਾ ਗਿਆ। ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ, ਉਹਨਾਂ ਦੀ ਕੇਂਦਰ ਸਰਕਾਰ ਜਿਹੜੀ ਹੈ ਜੀ ਤੇਜਾ ਜੀ, ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਤੰਬਰ 2019 ਵਿੱਚ ਕੁਝ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਰੀ ਕੀਤਾ ਗਿਆ ਆਪਣਾ ਖੁਦ ਦਾ ਨੋਟੀਫਿਕੇਸ਼ਨ ਵੀ ਲਾਗੂ ਨਹੀਂ ਕੀਤਾ ਗਿਆ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਦੇ ਨਕਾਰਾਤਮਕ ਰਵੱਈਏ ਕਾਰਨ ਸਿੱਖ ਕੌਮ ਅੰਦਰ ਵੱਡਾ ਰੋਸ ਬਣਿਆ ਹੋਇਆ ਹੈ ਅਤੇ ਇਸ ਨਾਲ ਸਰਕਾਰਾਂ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ। ਬੰਦੀ ਸਿੰਘਾਂ ਦਾ ਦੋਸ਼ ਕੇਵਲ ਇਹ ਹੈ ਕਿ ਇਹਨਾਂ ਨੇ ਤਤਕਾਲੀ ਕਾਂਗਰਸ ਸਰਕਾਰ ਵੱਲੋਂ 1984 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਅਨੇਕਾਂ ਗੁਰਦੁਆਰਾ ਸਾਹਿਬਾਨ ਉੱਤੇ ਕੀਤੇ ਫੌਜੀ ਹਮਲੇ, ਨਵੰਬਰ 1984 ਚ ਕੀਤੀ ਸਿੱਖ ਨਸਲਕੁਸ਼ੀ ਅਤੇ ਬੇਗੁਨਾਹ ਸਿੱਖਾਂ ਤੇ ਢਾਏ ਗਏ ਜ਼ਬਰ ਦੇ ਰੋਸ ਵਜੋਂ ਸੰਘਰਸ਼ ਦਾ ਰਾਹ ਚੁਣਿਆ ਸੀ। ਇਹ ਬੰਦੀ ਸਿੰਘ ਕੋਈ ਅਪਰਾਧਿਕ ਪਿਛੋਕੜ ਵਾਲੇ ਨਹੀਂ ਹਨ। ਉਹਨਾਂ ਨੇ ਧਾਰਮਿਕ ਸੰਵੇਦਨਾ ਨੂੰ ਸੱਟ ਵੱਜਣ ਕਰਨੇ ਕਦਮ ਚੁੱਕੇ ਸਨ। ਸਿੱਖ ਕੌਮ ਨੂੰ ਇਹ ਦੁੱਖ ਹੈ ਕਿ ਕਰੀਬ 3 ਦਹਾਕੇ ਤੋਂ ਜੇਲ੍ਹਾਂ 'ਚ ਬੰਦ ਸਿੱਖਾਂ ਦੇ ਮਾਮਲਿਆਂ ਨੂੰ ਸਰਕਾਰ ਵੱਲੋਂ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ। ਉਮਰ ਕੈਦ ਤੋਂ ਦੁਗਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਸੰਵਿਧਾਨ ਦੇ ਵੀ ਉਲਟ ਹੈ। ਹਾਂਜੀ, ਹੁਣ ਤੁਸੀਂ ਦੱਸੋ ਇਹਨਾਂ ਸਾਰੀਆਂ ਗੱਲਾਂ ਨਾਲ ਬਿਲਕੁਲ ਬਟਵਾ ਸਾਹਿਬ, ਤੁਸੀਂ ਵਿਸਥਾਰ ਦੇ ਨਾਲ ਪੂਰੀ ਸ਼ਬਦਾਵਲੀ ਦੱਸੀ ਉਸ ਫਾਰਮ ਬਾਰੇ। ਨਾਲ ਹੀ ਮੈਂ ਜ਼ਿਕਰ ਕਰਨਾ ਚਾਹਾਂਗਾ, ਅਸੀਂ ਉਹ ਬਿਆਨ ਵੀ ਸੁਣਾਇਆ ਜਿਹੜਾ ਅਕਾਲੀ ਆਗੂ ਬੰਟੀ ਰਮਾਣਾ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਇਹ ਤਾਂ ਪੰਜਾਬ ਦੇ ਵਿੱਚ ਆ ਕੇ ਐਕਟਿੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਫਾਰਮ ਤੇ ਸਾਈਨ ਕਰਨ ਨਾਲ ਕੁਝ ਨਹੀਂ ਬਣਨਾ, ਜਿਹੜਾ ਰਿਹਾਈ ਵਾਲੀ ਮੰਗ ਹੈ, ਰਿਹਾਈ ਵਾਲੇ ਫੈਸਲੇ ਤੇ ਦਸਤਖਤ ਕਰਨ ਤਾਂ ਕਿ ਬੰਦੀ ਸਿੱਖਾਂ ਦੀ ਰਿਹਾਈ ਹੋ ਸਕੇ। ਨਹੀਂ, ਇਹ 'ਚ ਕੋਈ ਦਰਾਉਣਾ ਤੇਜਾ ਜੀ, ਮੈਂ ਅਗਲੀ ਗੱਲ ਤੇ ਇਸੇ ਤੇ ਗੱਲ ਆਉਣਾ ਚਾਹੁੰਦਾ ਹਾਂ ਕਿ ਜੀ ਦੇਖੋ, ਇੱਕ ਤੇ ਹੁੰਦੀ ਸੰਜੀਦਗੀ, ਇੱਕ ਤੇ ਹੁੰਦੀ ਆ ਕਿ ਕਿਸੇ ਹੋਰ ਨੇ ਕਰਨਾ ਤੇ ਮੈਂ ਉਹਦੇ ਨਾਲ ਸਹਿਮਤ ਹਾਂ, ਤੇ ਜਦੋਂ ਕਰਨਾ ਹੀ ਸ਼ੇਖਾਵਤ ਹੋਰਾਂ ਨੇ ਆ, ਉਹਨਾਂ ਦੀ ਸਰਕਾਰ ਨੇ ਹੈ, ਤੇ ਫਿਰ ਦਸਤਖਤ ਇੱਥੇ ਵੀ ਕੀਤੇ, ਚੰਗੀ ਗੱਲ ਹੈ, ਤੇ ਦਸਤਖਤ ਉੱਥੇ ਵੀ ਕਰਕੇ ਜਿਹੜੀ ਰਿਹਾਈ ਕਰਨ, ਉੱਥੇ ਵੀ ਜਿਹੜੀ ਆ ਜਿਹੜਾ ਆ ਇਹ ਅਜਿਹਾ ਕਦਮ ਪੁੱਟਣਾ ਚਾਹੀਦਾ ਆ। ਇਹ ਡਰਾਮੇਬਾਜ਼ੀ ਨਹੀਂ ਕਰਨੀ ਚਾਹੀਦੀ। ਕੇਵਲ ਤੇ ਕੇਵਲ ਇਹ ਕੋਈ ਸਿਆਸੀ ਬਿਆਨ ਜਾਂ ਸਿਆਸੀ ਕੋਈ ਸਕ੍ਰਿਪਟ ਨਹੀਂ ਗੀ। ਇਹ ਬੜਾ ਸੰਜੀਦਾ ਤੇ ਬੜਾ ਗੰਭੀਰ ਮਸਲਾ ਹੈ ਤੇ ਸਿੱਖਾਂ ਦਾ ਇਸ ਵੇਲੇ ਸਭ ਤੋਂ ਵੱਡਾ ਕੌਮੀ ਮਸਲਾ ਆ। ਹਰ ਸਿੱਖ ਦੀ ਰੂਹ ਦੇ ਨਾਲ ਜੁੜਿਆ ਹੋਇਆ ਮਸਲਾ ਆ ਤੇ 30-32 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਹੈ ਤੇ ਸਰਕਾਰਾਂ ਉਹਨਾਂ ਪ੍ਰਤੀ ਗੰਭੀਰ ਹੀ ਨਹੀਂ। ਔਰ ਸਰਕਾਰਾਂ ਜਿਹੜੀਆਂ ਨੇ ਇਹ ਵੋਟ ਰਾਜਨੀਤੀ ਦੇ ਕਾਰਨ ਜਿਹੜਾ ਹੈ, ਚਾਹੇ
ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਚਾਹੇ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਸਰਕਾਰ, ਜਿਨ੍ਹਾਂ ਕੋਲੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਮੁਕੰਮਲ ਹੋ ਕੇ ਪਈ ਹੈ, ਉਹ ਨਹੀਂ ਰਿਹਾ ਕਰ ਰਹੇ। ਤੇ ਜਾਂ ਜਿਹੜੀ ਕਰਨਾਟਕਾ ਦੀ ਸਰਕਾਰ ਹੈ, 32 ਸਾਲ ਹੋ ਗਏ ਨੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਜੇਲ੍ਹ ਵਿੱਚ ਬੈਠਿਆ, ਉਹਨਾਂ ਦੀ ਰਿਹਾਈ ਨਹੀਂ ਕਰ ਰਹੀ। ਉਹਦੇ ਪਿੱਛੇ ਕੇਵਲ ਤੇ ਕੇਵਲ ਜਿਹੜੀ ਆ ਵੋਟ ਰਾਜਨੀਤੀ ਕਰਕੇ ਹੀ, ਕਿ ਜੇ ਕਿਤੇ ਅਸੀਂ ਛੱਡਦੇ, ਕਿਤੇ ਸਾਡੇ ਵਿਰੁੱਧ ਜਿਹੜਾ ਆ ਅਜਿਹਾ ਪ੍ਰਚਾਰ ਨਾ ਕਰ ਦਿੱਤਾ ਜਾਵੇ ਕਿ ਉਹ ਸਿੱਖ ਅੱਜ ਵੀ ਉਹਨਾਂ ਸਿੱਖ ਜਿਹੜੇ ਜਵਾਨੀ ਚ ਗਏ ਸੀ, ਅੱਜ ਬਜ਼ੁਰਗ ਹੋ ਗਏ ਨੇ, ਅੱਜ ਰੋਗੀ ਹੋ ਗਏ ਨੇ, ਔਰ ਇੱਥੇ ਤੱਕ ਕਿ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਮੈਂਟਲੀ ਅਪਸੈਟ ਵੀ ਨੇ, ਉਹਨਾਂ ਨੂੰ ਵੀ ਅੱਜ ਵੀ ਅੱਤਵਾਦੀ ਸਮਝੀ ਜਾਂਦੇ, ਕਹਿੰਦੇ ਕਿ ਦੇਸ਼ ਵਾਸਤੇ ਬਹੁਤ ਖਤਰਨਾਕ ਹੈ। ਉਹ ਕਿਤੇ ਇੱਕ ਦੂਜੇ ਤੋਂ ਬਚਣ ਵਾਸਤੇ ਜਿਹੜਾ ਆ ਇਹ ਰਿਹਾਈ ਨਹੀਂ ਕਰ ਰਹੇ। ਵੋਟਾਂ ਦੀ ਰਾਜਨੀਤੀ ਦੀ ਖਾਤਰ ਸਾਡੀ ਹੱਥ ਬਣ ਕੇ ਬੇਨਤੀ ਹੈ, ਬਹੁਤ ਹੋ ਗਿਆ, ਤਮਾਸ਼ੇ ਨਾ ਕਰੋ, ਡਰਾਮੇ ਨਾ ਕਰੋ, ਸੀਰੀਅਸ ਹੋਵੋ। ਜੇ ਅੱਜ ਸ਼ੇਖਾਵਤ ਸਾਹਿਬ ਪਰਫਾਰਮੇ ਦੀ ਕੱਲੀ ਸ਼ਬਦਾਵਲੀ ਦੇ ਨਾਲ ਕੱਲੇ ਸ਼ਬਦ ਦੇ ਨਾਲ ਸਹਿਮਤ ਹੋਏ ਨੇ, ਉਹਨਾਂ ਨੇ ਸਵੀਕਾਰ ਕਰ ਲਿਆ ਕਿ ਇਹਨਾਂ ਦੇ ਨਾਲ ਸੰਵਿਧਾਨ ਤੋਂ ਬਾਹਰ ਜਾ ਕੇ ਜਿਹੜਾ ਆ ਗੈਰ ਕਾਨੂੰਨੀ ਕੀਤੀ ਜਾ ਰਹੀ ਹੈ, ਬੇਇਨਸਾਫੀ ਕੀਤੀ ਜਾ ਰਹੀ, ਧੱਕਾ ਕੀਤਾ ਜਾ ਰਿਹਾ। ਠੀਕ ਹੈ ਬਲਟੋਆ ਸਾਹਿਬ, ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਸਿੱਧੇ ਤੌਰ ਤੇ ਅਕਾਲੀ ਦਲ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਤਮਾਸ਼ੇ ਨਾ ਕਰੋ, ਡਰਾਮੇ ਨਾ ਕਰੋ। ਜੇ ਵਾਕਈ ਸੰਜੀਦਗੀ ਹੈ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ, ਤਾਂ ਫਿਰ ਉਹਨਾਂ ਨੂੰ ਰਿਹਾ ਕੀਤਾ ਜਾਵੇ। ਹਾਲਾਂਕਿ ਜਿਹੜਾ ਇਹ ਕਦਮ ਹੈ ਗਜਿੰਦਰ ਸ਼ੇਖਾਵਤ ਦਾ, ਜਿਹੜਾ ਉਹਨਾਂ ਦੇ ਵੱਲੋਂ ਫਾਰਮ ਭਰਿਆ ਗਿਆ, ਇਸ ਮੁਹਿੰਮ ਦਾ ਹਿੱਸਾ ਬਣੇ ਨੇ, ਉਸ ਦਾ ਉਹਨਾਂ ਨੇ ਜ਼ਰੂਰ ਸਵਾਗਤ ਕੀਤਾ ਹੈ। ਗਜਿੰਦਰ ਸ਼ੇਖਾਵਤ ਦੇ ਨਾਲ ਹੋਰ ਵੀ ਜਿਹੜੇ ਕਿ ਬੀਜੇਪੀ ਦੇ ਕਈ ਆਗੂ ਸਨ, ਲੀਡਰ ਸਨ, ਉਹਨਾਂ ਦੇ ਵੱਲੋਂ ਵੀ ਦਰਅਸਲ ਇਹ ਦਸਤਖਤ ਕੀਤੇ ਗਏ ਨੇ, ਸਾਈਨ ਕੀਤੇ ਗਏ ਨੇ। ਜਿਹੜਾ ਕਿ ਪਰਫਾਰਮੇ ਦੀ ਪੂਰੀ ਸ਼ਬਦਾਵਲੀ ਵੀ ਵਿਰਸਾ ਸਿੰਘ ਵਲਟੋਹਾ ਨੇ ਪੂਰੀ ਪੜ੍ਹ ਕੇ ਸੁਣਾਈ ਹੈ। ਤਾਂ ਸਿੱਧੇ ਤੌਰ ਤੇ ਉਸਦਾ ਮਤਲਬ ਤਾਂ ਇਹੀ ਹੈ ਕਿ ਜੋ ਮੰਗ ਹੈ, ਜੋ ਸ਼ਬਦਾਵਲੀ ਹੈ, ਉਸ ਸ਼ਬਦਾਵਲੀ ਦਾ ਸਮਰਥਨ ਕਰਦੇ ਨੇ। ਆਖਿਰਕਾਰ ਇਹਨਾਂ ਸਾਰੇ ਆਗੂਆਂ ਨੇ ਪਹਿਲਾਂ ਸ਼ਬਦਾਵਲੀ ਸਾਰੀ ਆਪਣੀ ਵੀ ਹੋਵੇਗੀ। ਤੇ ਹੁਣ ਅਕਾਲੀ ਦਲ ਦੇ ਲਈ ਮੰਗ ਕੀਤੀ ਜਾ ਰਹੀ ਹੈ ਕਿ ਜੇ ਵਾਕਈ ਸੰਜੀਦਗੀ ਹੈ, ਤਾਂ ਫਿਰ ਬੰਦੀ ਸਿੱਖਾਂ ਦੀ ਰਿਹਾਈ ਵਾਲੀ ਮੰਗ ਤੇ ਕੇਂਦਰ ਸਰਕਾਰ ਗੌਰ ਕਰੇ। ਤੁਹਾਨੂੰ ਇੱਕ ਇੱਕ ਕਰਕੇ ਅਸੀਂ ਉਹ ਪੂਰਾ ਪਰਫਾਰਮਾ ਦਿਖਾ ਰਹੇ ਹਾਂ ਕਿ ਕਿਹੜੇ ਆਗੂਆਂ ਦੇ ਵੱਲੋਂ ਸਾਈਨ ਕੀਤੇ ਗਏ ਨੇ। ਜਿਵੇਂ ਜੀਵਨ ਗੁਪਤਾ ਦਾ ਸਾਈਨ ਨਜ਼ਰ ਆ ਰਿਹਾ, ਗਜਿੰਦਰ ਸ਼ੇਖਾਵਤ ਦੇ ਵੱਲੋਂ ਸਾਈਨ ਕੀਤੇ ਗਏ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਤਮਾਮ ਜਿਹੜੀ ਲੀਡਰਸ਼ਿਪ ਸੀ, ਜਿਹੜੇ ਕਈ ਬੀਜੇਪੀ ਆਗੂ ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਸਨ, ਤੇ ਸਾਰੇ ਆਗੂਆਂ ਦੇ ਵੱਲੋਂ ਇਸ ਪਰਫਾਰਮੇ ਦੇ ਵਿੱਚ ਪਰਫਾਰਮੇ ਨੂੰ ਭਰਿਆ ਗਿਆ, ਬਕਾਇਦਾ ਆਪਣੇ ਦਸਤਖਤ ਵੀ ਕੀਤੇ ਗਏ ਨੇ। के जत्थेदार साहब से गुरु साहब के घर में दर्शन करने के बाद, मत्था टेकने के बाद में उनसे बातचीत हुई है। पंजाब के जो हालात हैं और जिस तरह की परिस्थितियां पंजाब में वर्तमान में है, उसको लेकर के उनके मन में भी चिंता है। और जिस तरह से पंजाब में लॉ एंड ऑर्डर सिचुएशन डिटोरिएट हो रही है और ये गैंगस्टर कल्चर जिस तरह से बढ़ रही है, ड्रग्स का प्रकोप जिस तरह से पंजाब में बढ़ रहा है और पंजाब की युवा शक्ति को जिस तरह से खोखला किया जा रहा है सुनियोजित रूप से, इसको लेकर के भी उन्होंने अपनी चिंता व्यक्त की है। हमने विस्तार से इन सब विषयों पर बातचीत की है और आने वाले समय में किस तरह से सरकार इस पर काम कर रही है, इसके बारे में मैंने उनको अवगत कराया है। सर, बंदी ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ, लगातार मोर्चे भी लगाए जा रहे हैं। केंद्र सरकार ने भी ऐलान किया थी भी। देखिए, माननीय प्रधानमंत्री जी ने गुरु साहब के प्रकाशोत्सव के समय में ये डिक्लेयर किया था और उस समय जो बंदी सिखों की रिहाई शेष थी, जो सजा पूरी कर चुके थे, ऐसे 11 लोगों का जो लिस्ट सौंपी गई थी, उसमें से 2 को छोड़ करके बाकी सब की रिहाई हो चुकी है, या जिनकी सजा कम करनी थी उनकी सजा भी कम हो चुकी है। शेष सूची जो भी उपलब्ध कराई गई है उस पर, क्योंकि ये न्यायिक प्रक्रिया है, कानून को अपना काम करना है। जिन लोगों की रिहाई की कार्रवाई कानून तय हो सकती है, उस सब पे हम सब लोग मिलकर के प्रयास करें।